तेरा कीता जातो नाही। मैनो जोग की तोई मैं निर्गुण यारे ओ गुण नाही। आपे तरस पयोई तरस पया मेरा मत होई। सतगुर सज्जन मिलया नानक नाम मिलै ता जीवा। तन मन थीवै हरिया तेरे कवन कवन गुण कह कह गावा। तू साहिब गुणी निदाना तुमरी महिमा हर न सकूं। तू ठाकुर ऊच भगवाना। सुखाओ होटल गुर सेविए ऐनस सहज सुभाए। दर्शन पसिय गुरु के जन्म मरण दुख जाए। वै सिफत खसमधि नूर अरसों कुरसों चटी है। डिठे सच्चे पातशाह माल जन्म जन्म दी कटी है। सजन सच्चा पातशाह सिर शाहां दे साहो। जिस पास बैठे सोही है सबना दा वेसाहो। जिस पास बैठे सोही है सबना दा वेसाहो। सतनाम श्री वाहिगुरु साहिब जीओ। जय श्री महला पंजवा। लोड़ींदड़ा साजन मेरा कर कर मंगल गाओ नीके। घट घट तिसै बसेरा रहाओ। सुख आराधन दुख आराधन बिसरे न काहूँ बेरा। नाम जपत कोट सूर उजारा। बिनसा परम अंधेरा। लोड़ींदड़ा साजन मेरा। वाहिगुरु जी का खालसा वाहिगुरु जी की फतेह। जुगो जुग अटल चवर तख्त ਸਿੰਘਾਸਨ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਪਵਿੱਤਰ ਬਾਣੀ ਸ੍ਰੀ ਆਸਾ ਦੀ ਵਾਰ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਮਹਾਰਾਜ ਸਾਹਿਬ ਜੀਆਂ ਦੇ ਬਚਨ ਨੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਐ ਪਰਮਾਤਮਾ ਐ ਸਤਿਗੁਰੂ ਤੁਹਾਡੇ ਗੁਣ ਬੜੇ ਬੇਅੰਤ ਨੇ। ਮੈਂ ਬੇਅੰਤ ਗੁਣਾਂ ਵਿੱਚੋਂ ਕਿਹੜੇ ਕਿਹੜੇ ਗੁਣਾਂ ਨੂੰ ਕਹਿ ਕੇ ਗਾਵਾਂ, ਕਿਹੜੇ ਕਿਹੜੇ ਗੁਣਾਂ ਦਾ ਕਥਨ ਕਰਾਂ। ਭਾਵੇਂ ਕੀਰਤਨ ਹੋਵੇ, ਭਾਵੇਂ ਪਾਠ ਹੋਵੇ, ਭਾਵੇਂ ਕਥਾ ਹੋਵੇ।
ਹੈ ਸਾਰਿਆਂ ਵਿੱਚ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਨੇ, ਪਰ ਤੇਰੇ ਗੁਣ ਇੰਨੇ ਬੇਅੰਤ ਨੇ ਕਿ ਨਾ ਕਥਾ ਕਰਕੇ ਉਹਨਾਂ ਦਾ ਅੰਤ ਪਾਇਆ ਜਾ ਸਕਦਾ ਹੈ, ਨਾ ਕੀਰਤਨ ਕਰਕੇ, ਨਾ ਨਿਤਨੇਮ ਗੁਰਬਾਣੀ ਪੜ੍ਹ ਕੇ। ਐਸਾ ਤੂੰ ਬੇਅੰਤ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਕਿਹੜੇ ਕਿਹੜੇ ਗੁਣਾਂ ਦਾ ਮੈਂ ਵਰਣਨ ਕਰਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਸੀਂ ਗੁਣਾਂ ਦੇ ਖਜ਼ਾਨੇ ਹੋ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕੋ। ਆਪ ਜੀ ਦੀ ਮਹਿਮਾ ਜਿਹੜੀ ਹੈ ਨਾ ਬੜੀ ਵੱਡੀ ਹੈ, ਬੜੀ ਬੇਅੰਤ ਹੈ। ਉਪਮਾ ਬਹੁਤੀ ਵੱਡੀ ਹੈ, ਜਿਹੜੀ ਸਾਡੇ ਕੋਲੋਂ ਵਰਣਨ ਨਹੀਂ ਕੀਤੀ ਜਾ ਸਕਦੀ, ਕਹੀ ਨਹੀਂ ਜਾ ਸਕਦੇ। ਤੁਮਰੀ ਉਪਮਾ, ਤੁਹਾਡੀ ਜਿਹੜੀ ਉਪਮਾ ਹੈ ਉਹ ਕਹੀ ਨਹੀਂ ਜਾ ਸਕਦੀ ਹੈ। ਤੂੰ ਠਾਕੁਰ ਊਚ ਭਗਵਾਨਾ, ਤੁਸੀਂ ਉੱਚੇ ਹੋ, ਸਭ ਤੋਂ ਵੱਡੇ ਹੋ। ਐਸੇ ਆਪ ਜੀ ਬੇਅੰਤ ਹੋ। ਗੁਰਮੁਖੋ ਆਪਾਂ ਨਿਤਨੇਮ ਸਰਵਣ ਕੀਤੇ, ਗੁਰਬਾਣੀ ਦੇ ਕੀਰਤਨ ਸਰਵਣ ਕੀਤੇ, ਪਰਮਾਤਮਾ ਦੀ ਉਪਮਾ ਉਹਦੇ ਗੁਣਾਂ ਨੂੰ ਗਾ ਰਹੇ ਹਾਂ। ਹੁਣ ਆਪਾਂ ਕਥਾ ਦੇ ਰੂਪ ਦੇ ਵਿੱਚ ਵੀ ਉਸ ਦੇ ਗੁਣ ਗਾਵਾਂਗੇ, ਪਰ ਉਹਦੇ ਗੁਣ ਬਹੁਤੇ ਨੇ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੈ ਸ੍ਰੀ ਮਹੱਲਾ ਪੰਜਵਾ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਇਹ ਸ਼ਬਦ ਆਪਾਂ ਸਰਵਨ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਮਹਾਰਾਜ ਜੀਆਂ ਨੇ ਆਪਾਂ ਨੂੰ 3 ਸ਼ਬਦ ਬਖਸ਼ਿਸ਼ ਕਰ ਦਿੱਤੇ ਜੈਤਸਰੀ ਰਾਗ ਦੇ ਅੰਦਰ। ਇਹ ਚੌਥਾ ਸ਼ਬਦ ਗੁਰੂ ਪਾਤਸ਼ਾਹ ਜੀਆਂ ਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਲੋੜੀਂਦੜਾ ਸਾਜਣ ਮੇਰਾ, ਫਰਮਾਉਂਦੇ ਬੇਨਤੀ ਕਰਦੇ ਮਹਾਤਮਾ ਜਿਹੜੇ ਸਾਧੂ ਨੇ ਉਹਨਾਂ ਦੇ ਕੋਲ ਜਾ ਕੇ ਕਹਿਣ ਲੱਗੇ, ਐ ਮਹਾਤਮਾ ਜੀ, ਐ ਸੰਤੋ, ਐ ਗੁਰਮੁਖ ਨਾਮ ਜਪਣ ਵਾਲਿਓ, ਸਾਜਨ ਮੇਰਾ, ਜਿਹੜਾ ਮੇਰਾ ਸੱਜਣ ਹੈ ਨਾ ਲੋਕ ਤੇ ਪਰਲੋਕ ਦਾ ਸੱਜਣ, ਸੱਚਾ ਪਾਤਸ਼ਾਹ, ਸੱਚਾ ਪਾਤਸ਼ਾਹ ਉਹੀ ਸੱਜਣ ਹੈ ਲੋਕ ਤੇ ਪਰਲੋਕ ਦਾ। ਐਸ ਲੋਕ ਦੇ ਵਿੱਚ ਵੀ ਬਿਪਤਾ ਪੈ ਜਾਵੇ ਤੇ ਨਾਲ ਹੀ ਖੜਾ ਹੋਇਆ, ਛੱਡ ਕੇ ਨਹੀਂ ਜਾਂਦਾ। ਜਦੋਂ ਪਰਲੋਕ ਦੇ ਵਿੱਚ ਜਾਵੇਗਾ ਉਦੋਂ ਤੇ ਉਹਦੇ ਬਿਨਾਂ ਤੇ ਕਿਸੇ ਨੇ ਨਾਲ ਜਾਣਾ ਹੀ ਨਹੀਂ ਹੈ, ਉਹ ਤੇ ਇਕੱਲਾ ਹੀ ਨਾਲ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਸਾਜਨ ਕਹੀਏ ਸੱਜਣ ਹੈ ਐਸ ਲੋਕ ਦਾ ਤੇ ਪਰਲੋਕ ਦਾ। ਮੈਂ ਉਸ ਨੂੰ ਆਪਣਾ ਸੱਜਣ ਮੰਨਦਾ ਹਾਂ, ਪਰ ਉਹ ਮੈਨੂੰ ਲੋੜੀਂਦੜਾ ਤੋਂ ਭਾਵ ਵੀ ਚਾਹੀਦਾ ਹੈ, ਮੈਨੂੰ ਉਹਦੀ ਪ੍ਰਾਪਤੀ ਚਾਹੀਦੀ ਹੈ। ਮੈਂ ਤੇ ਉਸ ਨੂੰ ਆਪਣਾ ਸੱਜਣ ਮੰਨ ਲਿਆ, ਆਪਣਾ ਮਿੱਤਰ ਮੰਨ ਲਿਆ, ਆਪਣਾ ਸਹਾਇਕ ਮੰਨ ਲਿਆ। ਜਿਹਨੂੰ ਮੈਂ ਆਪਣਾ ਸਹਾਇਕ ਮੰਨੀ ਬੈਠਾ, ਸੱਜਣ ਮੰਨੀ ਬੈਠਾ ਹਾਂ, ਇਸ ਵੇਲੇ ਮੈਨੂੰ ਹੁਣ ਉਹਦੀ ਲੋੜ ਹੈ, ਉਹ ਮੈਨੂੰ ਚਾਹੀਦਾ ਹੈ। ਇਹ ਕਿਰਪਾ ਕਰਕੇ ਜਿਹੜੇ ਗੁਰਮੁਖ ਨੇ ਨਾਮ ਜਪਣ ਵਾਲੇ, ਉਹਨਾਂ ਦੇ ਅੱਗੇ ਬੇਨਤੀ ਜਗਿਆਸੂ ਕਰਦਾ ਜਾ ਕੇ। ਗੁਰਮੁਖੋ ਜਗਿਆਸੂ ਕਿਹਾ ਜਾਂਦਾ ਰਸਤੇ 'ਤੇ ਚੱਲਣ ਵਾਲਾ, ਜਿਹੜਾ ਮੰਜ਼ਿਲ 'ਤੇ ਨਹੀਂ ਪਹੁੰਚਿਆ ਪਰ ਚੱਲਦਾ ਪਿਆ। ਅਤੇ ਮਹਾਤਮਾ ਉਹ ਹੈ ਜਿਹਨੇ ਪ੍ਰਾਪਤੀ ਕਰ ਲਈ ਹੈ। ਰਸਤੇ 'ਤੇ ਚੱਲਣ ਵਾਲਾ ਪ੍ਰਾਪਤੀ ਕਰਨ ਵਾਲੇ ਨੂੰ ਜਾ ਕੇ ਬੇਨਤੀ ਕਰਦਾ ਹੈ, ਇਹ ਪ੍ਰਾਪਤੀ ਕਰਨ ਵਾਲਿਆ ਮੇਰੇ 'ਤੇ ਵੀ ਕਿਰਪਾ ਕਰਵਾ ਦੇ ਜਿਵੇਂ ਤੇਰੇ 'ਤੇ ਹੋਈ ਹੈ। ਜਿਹਨੂੰ ਮੈਂ ਆਪਣਾ ਸੱਜਣ ਸਮਝੀ ਬੈਠਾ ਹਾਂ, ਉਹ ਮੈਨੂੰ ਲੋੜੀਂਦੜਾ ਕਹੀਏ ਚਾਹੀਦਾ ਹੈ, ਮੈਨੂੰ ਉਹਦਾ ਮਿਲਾਪ ਚਾਹੀਦਾ। ਆਪ ਜੀ ਕਿਰਪਾ ਕਰਕੇ ਕਰਵਾ ਦੇਣਾ ਕਰੋ। ਘਰ ਘਰ ਮੰਗਲ ਗਾਵੋ ਨੀਕੇ। ਉਸ ਵੇਲੇ ਮਹਾਤਮਾ ਨੇ ਸੁਣਿਆ ਨਾ ਬਚਨ, ਜਿਹੜੇ ਪੂਰਨ ਸੰਨ ਪਹੁੰਚੇ ਹੋਏ, ਕਹਿਣ ਲੱਗੇ ਭਾਈ ਤੈਨੂੰ ਤਰੀਕਾ ਦੱਸ ਦਿੰਦੇ ਵੀ ਉਹਨੂੰ ਮਿਲੀਦਾ ਕਿਵੇਂ ਹੈ। ਮਿਲਣ ਦਾ ਤਰੀਕਾ ਇਹ ਹੈ, ਨੀਕੇ ਤੋਂ ਭਾਵ ਹੈ ਸੁੰਦਰ। ਉਹ ਪਰਮਾਤਮਾ ਬਹੁਤ ਭਾਰੀ ਸੁੰਦਰ ਹੈ, ਉਹਦੇ ਵਰਗਾ ਸੁੰਦਰ ਸਰੂਪ ਵਾਲਾ ਕੋਈ ਨਹੀਂ ਹੈ। ਘਰ ਘਰ ਮੰਗਲ ਗਾਵੋ ਨੀਕੇ, ਉਸ ਪਰਮਾਤਮਾ ਦੇ ਜਿਹੜੇ ਮੰਗਲ ਨੇ, ਘਰਾਂ ਘਰਾਂ ਦੇ ਵਿੱਚ ਸੁੰਦਰ ਮੰਗਲਾਂ ਨੂੰ ਕਹਿਣਾ ਕਰ। ਉਹਦੀ ਸੁੰਦਰ ਉਪਮਾ, ਜਿਹੜਾ ਪਰਮਾਤਮਾ ਖੁਦ ਸੁੰਦਰ ਹੈ, ਉਹਦੀ ਸੁੰਦਰ ਜਿਹੜੀ ਉਪਮਾ ਹੈ ਹਰੇਕ ਘਰ ਵਿੱਚ ਜਾ ਕੇ ਕਹਿਣਾ ਕਰ। ਹਰੇਕ ਦੇ ਸਾਹਮਣੇ ਉਹਦੀ ਉਸਤਤ ਕਰਿਆ ਕਰ। ਉਸਤਤ ਕਰ ਕਰ ਜੀਵਾਂ। ਸੋ ਅਸੀਂ ਤੇ ਕਿਸੇ ਦੂਜੇ ਘਰ ਵਿੱਚ ਚਲੇ ਜਾਈਏ, ਕਿਸੇ ਦੇ ਦਰਵਾਜ਼ੇ 'ਤੇ ਖੜ੍ਹ ਜਾਈਏ, ਗਲੀ ਮੁਹੱਲੇ ਵਿੱਚ ਸਾਨੂੰ ਕੋਈ ਮਿਲ ਜਾਵੇ, ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਸੰਸਾਰੀ,
ਸਰਕਾਰ ਕਿਹਦੀ ਬਣ ਗਈ ਹੈ, ਫਲਾਣਾ ਕੀ ਕਰਦਾ, ਕਿਸੇ ਦਾ ਧੀ ਪੁੱਤਰ ਕੀ ਕਰਦਾ ਪਿਆ, ਨਿੰਦਿਆ ਚੁਗਲੀ ਵਾਲੇ ਬਚਨ ਸ਼ੁਰੂ ਹੋ ਜਾਂਦੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾ ਕਰ। ਜਦੋਂ ਕਿਸੇ ਘਰ ਪਹੁੰਚਦਾ, ਕਿਸੇ ਦਰਵਾਜ਼ੇ 'ਤੇ ਪਹੁੰਚਦਾ, ਕਿਸੇ ਵਿਅਕਤੀ ਦੇ ਕੋਲ ਖੜਦਾ ਹੈ, ਇਹ ਸਰਕਾਰ ਕਿਹੜੀ ਬਣੀ ਹੈ, ਕਿਸੇ ਦਾ ਧੀ ਪੁੱਤਰ ਕੀ ਕਰਦਾ ਪਿਆ, ਇਹ ਗੱਲਾਂ ਛੱਡ ਦੇ, ਪਰੇ ਕਰ ਦੇ। ਉੱਥੇ ਪਰਮਾਤਮਾ ਦੇ ਮੰਗਲ ਗਾਇਆ ਕਰ, ਪਰਮਾਤਮਾ ਦੀ ਸਿਫਤ ਕਰਿਆ ਕਰ, ਘਰ ਘਰ ਦੇ ਸਾਹਮਣੇ ਜਾ ਕੇ। ਤੂੰ ਪਰਮਾਤਮਾ ਦੀ ਸਿਫਤ ਕਰੇਗਾ, ਜਿਹਦੇ ਕੋਲ ਤੂੰ ਖੜਾ ਹੋਇਆ ਉਹਦੇ ਕੋਲੋਂ ਵੀ ਸਿਫਤ ਦਾ ਹੀ ਬਚਨ ਨਿਕਲੇਗਾ। ਤੇ ਫਿਰ ਦੋ, ਇੱਕ ਸਿੱਖ ਦੋਏ ਸਾਧ ਤੇ ਪੰਜੀ ਪਰਮੇਸ਼ਰ। ਜੇ ਇੱਕ ਜਾਣਾ ਹੈ ਤੇ ਉਹ ਸਿੱਖ ਹੈ, ਜੇ ਦੋ ਇਕੱਠੇ ਹੋ ਗਿਆ ਉਹ ਸਾਧ ਸੰਗਤ ਬਣ ਗਈ। ਇਸ ਤਰ੍ਹਾਂ ਸਾਧ ਸੰਗਤ ਕਰ ਲਿਆ ਕਰ। ਦੂਜੇ ਦੇ ਦਰਵਾਜ਼ੇ 'ਤੇ ਘਰ ਦੇ ਸਾਹਮਣੇ ਜਾ ਕੇ ਜੇ ਗੱਲ ਕਰਨੀ ਹੈ, ਰੱਬ ਦੀ ਪ੍ਰਾਪਤੀ ਦੀ ਗੱਲ ਕਰ, ਉਹਦੀ ਬੰਦਗੀ ਦੀ ਗੱਲ ਕਰ, ਉਹਦੇ ਗੁਣਾਂ ਦੀ ਗੱਲ ਕਰ। ਜਦੋਂ ਤੂੰ ਗੁਣਾਂ ਦੀ ਗੱਲ ਕਰੇਗਾ, ਦੂਸਰਾ ਵੀ ਤੇਰੇ ਵਾਂਗ ਗੁਣਾਂ ਦੀ ਗੱਲ ਕਰੇਗਾ। ਤੇ ਕਹਿਣ ਲੱਗੇ ਫਿਰ ਕੀ ਹੋਵੇਗਾ? ਫਿਰ ਇਹ ਹੋਵੇਗਾ ਕਿ ਉਹ ਪਰਮਾਤਮਾ ਦੀ ਸੰਗਤ ਹੋ ਜਾਏਗੀ। ਇਸ ਤਰ੍ਹਾਂ ਕਰਿਆ ਕਰ। ਘਰ ਘਰ ਮੰਗਲ ਗਾਵੋ ਨੀਕੇ। ਹਰੇਕ ਘਰ ਦੇ ਵਿੱਚ ਜਾ ਕੇ ਉਹਦੇ ਮੰਗਲ ਕਰਿਆ ਕਰ। ਜਿਹੜੇ ਸ੍ਰੇਸ਼ਟ ਮੰਗਲ ਨੇ ਉਹ ਸ੍ਰੇਸ਼ਟ ਪਰਮਾਤਮਾ ਦੇ ਕਰਨਾ ਕਰ। ਘਟ ਘਟ ਤਿਸ ਹੈ ਬਸੇਰਾ। ਗੁਰਮੁਖਾ, ਉਹ ਪਰਮਾਤਮਾ ਹਰੇਕ ਹਿਰਦੇ ਵਿੱਚ ਬੈਠਾ ਹੈ, ਹਰੇਕ ਸਰੀਰ ਦੇ ਅੰਦਰ ਹੈ। ਜਦੋਂ ਤੂੰ ਕਿਸੇ ਕੋਲ ਜਾ ਕੇ ਉਹਦੀ ਉਪਮਾ ਕਰੇਗਾ ਨਾ, ਤੇਰੇ ਸਰੀਰ ਵਿੱਚ ਵੀ ਉਹ ਬੈਠਾ ਤੇ ਜਿਹਦੇ ਕੋਲ ਜਾ ਕੇ ਕਰਦਾ ਪਿਆ ਉਹਦੇ ਅੰਦਰ ਵੀ ਉਹ ਪਰਮਾਤਮਾ ਬੈਠਾ। ਉਹ ਤੇਰੇ ਕੋਲੋਂ ਸਿਫਤ ਸੁਣ ਕੇ ਖੁਸ਼ ਹੋ ਜਾਏਗਾ। ਅਸੀਂ ਆਉਂਦੇ ਹਾਂ ਸਿਫਤ ਸੁਣਾਉਣ ਵਾਸਤੇ ਵੀ ਮੇਰੀ ਗੱਲਬਾਤ ਸਿੱਧੀ ਗੁਰੂ ਸੁਣ ਲਵੇ, ਪਰ ਗੁਰੂ ਤੇ ਹਰੇਕ ਥਾਂ 'ਤੇ ਵਸਿਆ ਹੋਇਆ, ਉਹ ਤੇ ਕਿਤੇ ਵੀ ਬੈਠਾ ਸੁਣਦਾ ਪਿਆ। ਗੁਰਮੁਖੋ, ਇੱਕ ਸਾਖੀ ਆਉਂਦੀ ਹੈ, ਵਿਦਵਾਨਾਂ ਨੇ ਲਿਖੀ ਹੈ ਗ੍ਰੰਥਾਂ ਦੇ ਵਿੱਚ, ਕਿ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਵਾ ਰਹੇ ਬੈਠੇ ਹੋਏ। ਇੰਨੇ ਚਿਰ ਨੂੰ ਇੱਕ ਸਿੱਖ ਆਪਣੇ ਘਰੋਂ ਦੁੱਧ ਚੋ ਕੇ ਤੇ ਬੜੀ ਸੋਹਣੀ ਖੀਰ ਬਣਾ ਕੇ ਲਿਆਇਆ। ਭਾਵਨਾ ਉਹਦੀ ਇਹ ਹੈ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੇਰੇ ਘਰ ਦੀ ਦੁੱਧ ਦੀ ਬਣੀ ਹੋਈ ਖੀਰ ਮਹਾਰਾਜ ਖਾਣ, ਇਹ ਉਹਦੀ ਭਾਵਨਾ ਹੈ। ਚੱਲ ਪਿਆ ਘਰੋਂ ਖੀਰ ਲੈ ਕੇ, ਰਸਤੇ ਵਿੱਚ ਤੁਰਿਆ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਤੇ ਹੋਰ ਸੰਗਤਾਂ ਸੇਵਾ ਕਰਦੀਆਂ ਪਈਆਂ। ਜਦੋਂ ਕੋਲ ਦੀ ਲੰਘਣ ਲੱਗਾ ਤੇ ਉਸ ਵੇਲੇ ਉਹ ਸਿੱਖ ਨੇ ਪੁੱਛ ਲਿਆ, ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਣਾ। ਤੇ ਬਾਬਾ ਬੁੱਢਾ ਸਾਹਿਬ ਨੇ ਰਸਤਾ ਵਿਖਾ ਦਿੱਤਾ ਵੀ ਇਹ ਰਸਤੇ ਨੂੰ ਜਾਵੇਂਗਾ ਤੇ ਅੱਗੇ ਸਤਿਗੁਰੂ ਮਿਲ ਪੈਣਗੇ। ਨਾਲ ਹੀ ਪੁੱਛ ਲਿਆ ਵੀ ਇਹ ਤੂੰ ਕੀ ਲੈ ਕੇ ਚੱਲਿਆ ਹੈ? ਕਹਿਣ ਲੱਗਾ ਵੀ ਮੈਂ ਘਰੇ ਤਾਜ਼ੇ ਦੁੱਧ ਦੀ ਖੀਰ ਬਣਾਈ ਹੈ ਔਰ ਮੈਂ ਗੁਰੂ ਪਾਤਸ਼ਾਹ ਦੇ ਵਾਸਤੇ ਲੈ ਕੇ ਚੱਲਿਆ, ਛਕਾਉਣ ਵਾਸਤੇ। ਮੇਰੀ ਤਮੰਨਾ ਇਹ ਆ ਵੀ ਮਹਾਰਾਜ ਛਕ ਲੈਣ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਭਲਿਆ ਭੁੱਖ ਤੇ ਸਾਨੂੰ ਵੀ ਲੱਗੀ ਹੈ, ਆਹ ਸੰਗਤ ਸੇਵਾ ਕਰਦੀ ਪਈ ਹੈ, ਭੁੱਖ ਤੇ ਇਹਨਾਂ ਨੂੰ ਵੀ ਲੱਗੀ ਹੈ। ਜੇ ਤੂੰ ਇਹ ਖੀਰ ਇੱਥੇ ਵੰਡ ਦੇਵੇਂ, ਮਹਾਰਾਜ ਕੋਲ ਤੇ ਬੇਅੰਤ ਪਦਾਰਥ ਆਉਂਦੇ ਨੇ, ਤੇ ਸੰਗਤ ਦੇ ਮੂੰਹ ਵਿੱਚ ਤੇਰਾ ਇਹ ਅੰਨ ਪੈ ਜਾਵੇਗਾ, ਅਸੀਂ ਵੀ ਤ੍ਰਿਪਤ ਹੋ ਜਾਵਾਂਗੇ। ਜਦੋਂ ਇਹ ਬਚਨ ਸੁਣਿਆ, ਕਹਿਣ ਲੱਗਾ ਨਹੀਂ ਨਹੀਂ, ਇਹ ਨਹੀਂ ਹੋ ਸਕਦਾ, ਇਹ ਤੇ ਮੈਂ ਗੁਰੂ ਕੋਲ ਹੀ ਲੈ ਕੇ ਜਾਵਾਂਗਾ, ਇਹ ਤੁਹਾਡੇ ਵਾਸਤੇ ਨਹੀਂ ਬਣਾ ਕੇ ਲਿਆਇਆ, ਤੁਹਾਡੇ ਜੋਗੀ ਨਹੀਂ ਹੈ। ਇਸ ਤਰ੍ਹਾਂ ਕਹਿ ਕੇ ਉਹ ਖੀਰ ਵਾਲਾ ਬਰਤਨ ਚੁੱਕਿਆ ਤੇ ਜਿੱਥੇ ਸਤਿਗੁਰੂ ਬੈਠੇ ਸਨ ਉੱਥੇ ਜਾ ਕੇ ਬਰਤਨ ਰੱਖਿਆ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਭੋਗ ਲਾਓ, ਆਪ ਜੀ ਮੇਰੀ ਖੀਰ ਨੂੰ ਅੰਗੀਕਾਰ ਕਰੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁਣਿਆ ਬਚਨ। ਮਹਾਰਾਜ ਕਹਿਣ ਲੱਗੇ, ਜਦੋਂ ਭੁੱਖ ਲੱਗੀ ਮੰਗਿਆ ਉਦੋਂ ਤੇ ਦਿੱਤਾ ਨਹੀਂ, ਹੁਣ ਅਸੀਂ ਰੱਜੇ ਬੈਠੇ ਹਾਂ, ਹੁਣ ਤੂੰ ਕਹਿੰਦਾ ਵੀ ਖੀਰ ਖਾ ਲਵੋ। ਜਦੋਂ ਇਹ ਬਚਨ ਸੁਣਿਆ ਤੇ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਮਹਾਰਾਜ ਤੁਸੀਂ ਕਦੋਂ ਮੰਗਿਆ ਹੈ? ਮੈਂ ਤੇ ਬਣਾ ਕੇ ਹੀ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਇਆ, ਤੁਸੀਂ ਤੇ ਮੰਗਿਆ ਹੀ ਨਹੀਂ। ਜੇ ਮੰਗ ਲੈਂਦੇ ਤੇ ਮਹਾਰਾਜ ਮੈਂ ਕਿਉਂ ਨਾ ਦਿੰਦਾ, ਕਿਉਂਕਿ ਲਿਆਂਦੀ ਤੁਹਾਡੇ ਵਾਸਤੇ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਰਸਤੇ ਵਿੱਚੋਂ ਆ ਰਿਹਾ ਸੀ ਤੈਨੂੰ ਕੋਈ ਸਿੱਖ ਨਹੀਂ ਮਿਲਿਆ, ਤੈਨੂੰ ਕੋਈ ਸੰਗਤ ਸੇਵਾ ਕਰਦੀ ਨਹੀਂ ਮਿਲੀ ਹੈ? ਕਹਿਣ ਲੱਗਾ, ਜੀ ਹਾਂ, ਰਸਤੇ ਵਿੱਚ ਬਾਬਾ ਬੁੱਢਾ ਸਾਹਿਬ ਬੈਠੇ ਸਨ, ਹੋਰ ਸੰਗਤਾਂ ਸੇਵਾ ਕਰ ਰਹੀਆਂ ਸਨ, ਉਹਨਾਂ ਨੇ ਮੇਰੇ ਕੋਲੋਂ ਮੰਗੀ ਹੈ ਤੇ ਮੈਂ ਆਖਿਆ ਸੀ ਵੀ ਨਹੀਂ, ਇਹ ਖੀਰ ਪਹਿਲਾਂ ਗੁਰੂ ਦਰਬਾਰ ਵਿੱਚ ਜਾਏਗੀ, ਗੁਰੂ ਨੂੰ ਭੋਗ ਲੱਗੇਗਾ, ਇਸ ਕਰਕੇ ਮੈਂ ਉਹਨਾਂ ਨੂੰ ਵਰਤਾਈ ਨਹੀਂ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ,
ਕਹਿਣ ਲੱਗੇ ਉਹਨਾਂ ਵਿੱਚ ਵੀ ਤੇ ਅਸੀਂ ਵਰਤਦੇ ਹਾਂ ਨਾ, ਉਹਨਾਂ ਦੇ ਅੰਦਰ ਬੈਠ ਕੇ ਅਸੀਂ ਮੰਗਦੇ ਪਏ ਸੀ। ਤੂੰ ਸਾਨੂੰ ਸੰਗਤ ਦਾ ਰੂਪ ਜਾਣ ਕੇ, ਸੰਗਤ ਨੂੰ ਸਾਡਾ ਰੂਪ ਜਾਣ ਕੇ ਉੱਥੇ ਸਾਨੂੰ ਛਕਾ ਦਿੰਦਾ। ਤੇਰਾ ਇਹ ਪ੍ਰਸ਼ਾਦ ਅਸੀਂ ਅੰਗੀਕਾਰ ਕਰ ਲੈਂਦੇ, ਪਰ ਤੂੰ ਉੱਥੇ ਨਹੀਂ ਛਕਾਇਆ। ਹੁਣ ਇਹ ਤੇਰਾ ਪ੍ਰਸ਼ਾਦ ਅਸੀਂ ਅੰਗੀਕਾਰ ਨਹੀਂ ਕਰਾਂਗੇ, ਹੁਣ ਨਹੀਂ ਛਕਾਂਗੇ। ਇਹ ਬਚਨ ਮਹਾਰਾਜ ਜੀਆਂ ਨੇ ਆਖੇ। ਭਾਵ ਇਹ ਹੈ ਕਿ ਉਹ ਪ੍ਰਮਾਤਮਾ ਹੈ ਹਰੇਕ ਹਿਰਦੇ ਵਿੱਚ ਵਸਿਆ ਹੋਇਆ। ਇਹ ਨਹੀਂ ਵੀ ਕਿਸੇ ਜਗ੍ਹਾ 'ਤੇ ਉਹ ਨਹੀਂ ਹੈ। ਮਹਾਰਾਜ ਕਹਿਣ ਲੱਗੇ ਘਟ ਘਟ ਤਿਸੈ ਬਸੇਰਾ, ਹਰੇਕ ਘਟ ਹਿਰਦੇ ਵਿੱਚ ਪਰਮਾਤਮਾ ਦਾ ਬਸੇਰਾ ਕਹੀਏ ਵਾਸਾ ਹੈ। ਜਦੋਂ ਤੂੰ ਕਿਸੇ ਕੋਲ ਜਾ ਕੇ ਉਹਦੀ ਸਿਫਤ ਕਰੇਗਾ, ਉਹ ਵੀ ਅੱਗੋਂ ਸਿਫਤ ਦੇ ਹੀ ਬਚਨ ਕਰੇਗਾ, ਤੇ ਦੋਨਾਂ ਦੀ ਸੰਗਤ ਫਿਰ ਸਾਧ ਸੰਗਤ ਬਣ ਜਾਏਗੀ। ਤੇਰਾ ਸਮਾਂ ਸਫਲਾ ਹੋ ਜਾਣਾ ਹੈ। ਰਹਾਉ ਸੁਖ ਅਰਾਧਨ ਦੁਖ ਅਰਾਧਨ। ਮਹਾਰਾਜ ਨੂੰ ਪੁੱਛਿਆ ਪਰਮਾਤਮਾ ਨੂੰ ਕਦੋਂ ਅਰਾਧਨਾ ਚਾਹੀਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਸੁਖ ਮਿਲ ਜਾਵੇ ਨਾ, ਮੰਨ ਲਓ ਕਿ ਚੰਗੀ ਨੌਕਰੀ ਮਿਲ ਗਈ ਹੈ, ਕੋਈ ਬਾਹਰ ਵਿਦੇਸ਼ ਦਾ ਕੋਈ ਸਾਨੂੰ ਯਾਤਰਾ ਮਿਲ ਗਈ ਹੈ, ਜਾਂ ਇੱਥੇ ਕੋਈ ਚੰਗਾ ਧਨ ਮਿਲ ਗਿਆ, ਇੱਥੋਂ ਦੇ ਸੁਖ ਮਿਲ ਗਏ, ਸਾਡਾ ਸਰੀਰ ਨਵਾਂ ਨਰੋਇਆ, ਬਿਮਾਰੀ ਦੂਰ ਹੋ ਗਈ ਹੈ, ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੈ, ਬੜਾ ਮਿਲਵਰਤਨ ਹੈ, ਬੜਾ ਸੁੱਖ ਮਿਲਿਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਸੁੱਖ ਮਿਲਿਆ ਤੇ ਇਹਦਾ ਮਤਲਬ ਇਹ ਨਹੀਂ ਵੀ ਤੂੰ ਪਰਮਾਤਮਾ ਨੂੰ ਭੁਲਾ ਦੇਵੇਂ, ਵੀ ਮੈਨੂੰ ਜਿਹੜੀਆਂ ਲੋੜਾਂ ਸਨ ਉਹ ਤੇ ਮਿਲ ਗਈਆਂ, ਹੁਣ ਮੈਂ ਪਰਮਾਤਮਾ ਤੋਂ ਕੀ ਲੈਣਾ ਹੈ। ਨਹੀਂ, ਇਸ ਤਰ੍ਹਾਂ ਨਹੀਂ ਹੈ। ਜੇ ਤੈਨੂੰ ਸੁੱਖ ਦਿੱਤਾ ਹੈ, ਸੁੱਖ ਤੇਰਾ ਦਿੱਤਾ ਲਹੀਐ, ਇਹ ਜਾਣ ਕੇ ਤੇ ਉਹਦੀ ਅਰਾਧਨਾ ਕਰ। ਪਰ ਗੁਰਮੁਖੋ ਜਦੋਂ ਅਸੀਂ ਸੁੱਖ ਵਿੱਚ ਪੈ ਜਾਂਦੇ ਨਾ, ਮੰਨ ਲਓ ਵੀ ਸਾਨੂੰ ਚੰਗਾ ਘਰ ਮਿਲ ਗਿਆ, ਮਹਿਲ ਮਿਲ ਗਿਆ ਬਣਿਆ ਹੋਇਆ, ਉਹਦੇ ਵਿੱਚ ਠੰਡੀ ਤੇ ਗਰਮ ਹਵਾ ਕਰਨ ਵਾਲੇ ਸਾਨੂੰ ਸਾਧਨ ਮਿਲ ਗਏ, ਸੋਹਣੇ ਸੋਹਣੇ ਪਲੰਘ ਸਾਨੂੰ ਮਿਲ ਗਏ ਸੌਣ ਵਾਸਤੇ, ਸੋਹਣੇ ਸੋਫੇ ਮਿਲ ਗਏ ਬੈਠਣ ਵਾਸਤੇ, ਘਰ ਵਿੱਚ ਨੌਕਰ ਚਾਕਰ ਲੱਗ ਗਏ ਸੇਵਾ ਕਰਨ ਵਾਸਤੇ, ਫਿਰ ਤੜਕੇ ਉੱਠ ਕੇ ਇਸ਼ਨਾਨ ਕਰਨਾ ਬੜਾ ਔਖਾ ਲੱਗੇਗਾ, ਫਿਰ ਤੜਕੇ ਉੱਠ ਕੇ ਬਾਣੀ ਪੜ੍ਹਨੀ ਬੜੀ ਔਖੀ ਲੱਗੇਗੀ, ਕਿਉਂਕਿ ਸੁੱਖ ਮਿਲਿਆ ਹੋਇਆ। ਮੈਂ ਕਿਉਂ ਆਪਣੀ ਨੀਂਦ ਛੱਡਾਂ, ਕਿਉਂ ਉੱਠ ਕੇ ਨਹਾਵਾਂ ਧੋਵਾਂ, ਕਿਉਂ ਉੱਠ ਕੇ ਰੱਬ ਦਾ ਨਾਮ ਲਵਾਂ। ਸੁੱਖ ਦੇ ਵਿੱਚ ਪਰਮਾਤਮਾ ਨੂੰ ਭੁੱਲ ਜਾਈਦਾ ਹੈ। ਜੇ ਪਰਮਾਤਮਾ ਹੋਰ ਕੋਈ ਦੁਨੀਆ ਦੇ ਚੰਗੇ ਪਦਾਰਥ ਦੇ ਦੇਵੇ ਫਿਰ ਹੋਰ ਭੁੱਲ ਜਾਈਦਾ। ਸੁੱਖ ਦੇ ਵਿੱਚ ਅਸੀਂ ਉਸ ਨੂੰ ਚੇਤੇ ਨਹੀਂ ਰੱਖਦੇ। ਸੁੱਖ ਦੇ ਵਿੱਚ ਅਸੀਂ ਇਹ ਦਾਅਵਾ ਕਰਦੇ ਵੀ ਇਹ ਮੇਰੇ ਕਰਕੇ ਮੈਨੂੰ ਮਿਲਿਆ ਹੈ, ਮੈਨੂੰ ਹੁਣ ਯਾਦ ਕਰਨ ਦੀ ਕੀ ਲੋੜ ਹੈ। ਤੁਸੀਂ ਇਹ ਜ਼ਿੰਦਗੀ ਵਿੱਚ ਵੇਖ ਲਿਓ, ਜਿਹੜੇ ਬੰਦੇ ਬਹੁਤੇ ਧਨਾੜ ਰਾਜੇ ਮਹਾਰਾਜੇ ਸੇਵਾ ਸਿਮਰਨ ਦੇ ਪੱਖੋਂ ਖਾਲੀ ਨੇ, ਕਿਉਂਕਿ ਉਹਨਾਂ ਨੂੰ ਪਦਾਰਥ ਮਿਲ ਚੁੱਕੇ ਨੇ, ਉਹ ਪਦਾਰਥ ਛਕਦਿਆਂ ਉਹਨਾਂ ਵਿੱਚ ਹੀ ਧਿਆਨ ਲੱਗ ਗਿਆ, ਹੁਣ ਅੱਗੇ ਦੀ ਕੋਈ ਉਹਨਾਂ ਦੇ ਕੋਲ ਸੋਚ ਨਹੀਂ ਹੈ। ਮਹਾਰਾਜ ਕਹਿਣ ਲੱਗੇ ਸੁਖ ਅਰਾਧਨ, ਜੇ ਤੈਨੂੰ ਪ੍ਰਮਾਤਮਾ ਨੇ ਕਰਮਾਂ ਦਾ ਸੁੱਖ ਦੇ ਦਿੱਤਾ ਹੈ, ਸੁੱਖ ਦੇ ਵਿੱਚ ਵੀ ਉਹਨੂੰ ਨਾ ਭੁਲਾ, ਸੁੱਖ ਦੇ ਵਿੱਚ ਵੀ ਉਹਨੂੰ ਯਾਦ ਕਰ, ਬਾਣੀ ਪੜ੍ਹਿਆ ਕਰ। ਤੇ ਦੂਜਾ ਬਚਨ ਮਹਾਰਾਜ ਨੇ ਕੀਤਾ ਦੁਖ ਅਰਾਧਨ, ਰੱਬ ਨਾ ਕਰੇ ਜੇ ਸਰੀਰ 'ਤੇ ਕੋਈ ਦੁੱਖ ਆ ਜਾਵੇ, ਪਰਿਵਾਰ 'ਤੇ ਕੋਈ ਦੁੱਖ ਆ ਜਾਵੇ, ਤੇ ਦੁੱਖ ਦੇ ਵਿੱਚ ਰੱਬ ਨੂੰ ਗਾਲਾਂ ਨਾ ਦਿਆ ਕਰ, ਮਾੜਾ ਨਾ ਬੋਲਿਆ ਕਰ। ਸਾਡਾ ਇਹ ਸੁਭਾਅ ਬਣਿਆ ਹੈ ਕਿ ਜੇ ਸਾਨੂੰ ਦੁੱਖ ਮਿਲ ਗਿਆ ਨਾ, ਮੰਨ ਲਓ ਅਸੀਂ ਪਹਿਲਾਂ ਗੁਰਦੁਆਰੇ ਆਉਂਦੇ ਹਾਂ ਮੱਥਾ ਟੇਕਣ, ਰੋਜ਼ ਆਉਂਦੇ ਹੋਵਾਂਗੇ, ਰੋਜ਼ ਪਾਠ ਕਰਦੇ ਹੋਵਾਂਗੇ, ਰੋਜ਼ ਆ ਕੇ ਸੇਵਾ ਕਰਦੇ ਹੋਵਾਂਗੇ, ਪਰ ਜੇ ਸਾਨੂੰ ਆ ਗਿਆ ਦੁੱਖ, ਫਿਰ ਅਸੀਂ ਇਹ ਆਮ ਹੀ ਗੱਲ ਕਹਿੰਦੇ ਸੁਣੇ ਜਾਂਦੇ ਹਾਂ ਕਿ ਮੈਂ ਤਾਂ ਬੜੀ ਰੋਜ਼ ਸੇਵਾ ਕਰਦਾ ਸੀ, ਰੋਜ਼ ਮੈਂ ਨਿਤਨੇਮ ਕਰਦਾ ਸੀ, ਰੋਜ਼ ਮੈਂ ਗੁਰੂ ਘਰ ਜਾਂਦਾ ਸੀ, ਪਰ ਮੇਰੇ 'ਤੇ ਵੀ ਆਹ ਦੁੱਖ ਆਇਆ ਹੈ। ਅੱਜ ਤੋਂ ਬਾਅਦ ਮੈਂ ਹੁਣ ਸੇਵਾ ਨਹੀਂ ਕਰਾਂਗਾ, ਮੈਂ ਹੁਣ ਸਿਮਰਨ ਨਹੀਂ ਕਰਾਂਗਾ, ਮੈਂ ਹੁਣ ਰੱਬ ਨੂੰ ਛੱਡ ਹੀ ਦੇਣਾ ਹੈ, ਉਹਨੇ ਮੇਰੇ ਨਾਲ ਕੀ ਕੀਤਾ ਹੈ। ਇਹ ਸਾਡੀ ਵਿਚਾਰ ਹੋ ਜਾਂਦੀ ਹੈ। ਧੰਨ ਗੁਰੂ ਪਾਤਸ਼ਾਹ ਗੁਰੂ ਮਹਾਰਾਜ ਜੀ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਸਾਹਿਬ ਜੀ ਤਿੰਨਾਂ ਦੇ ਸਿੱਖ ਸਨ, ਅਤੇ ਮਹਾਰਾਜ ਬੜਾ ਪਿਆਰ ਕਰਦੇ। ਸਤਿਗੁਰਾਂ ਦੀ ਸਰੀਰ ਕਰਕੇ ਉਮਰਾਂ ਛੋਟੀ ਹੈ, ਅਤੇ ਸਿੱਖ ਦੀ ਸਰੀਰ ਕਰਕੇ ਉਮਰਾਂ ਵੱਡੀ ਹੈ, ਪਰ ਹੈ ਬੜਾ ਭਾਵਨਾ ਵਾਲਾ, ਬੜੀ ਸ਼ਰਧਾ ਵਾਲਾ। ਅਤੇ ਸਤਿਗੁਰੂ ਪਾਤਸ਼ਾਹ ਨੇ ਸੁਭਾਵਿਕ ਹੀ ਕਈ ਵਾਰੀ ਬਚਨ ਬਲਾਸ ਕਹਿ ਦੇਣੇ। ਇੱਕ ਦਿਨ ਮਹਾਰਾਜ ਹਾਸੇ ਵਿੱਚ ਕਹਿਣ ਲੱਗੇ, ਆ ਕੇ ਖੁਸ਼ ਹੋ ਕੇ ਕਹਿਣ ਲੱਗੇ ਭਾਈ ਤੇਰਾ ਵਿਆਹ ਨਾ ਕਰ ਦਈਏ। ਮਹਾਰਾਜ ਦੇ ਬਚਨ ਸੁਣੇ ਤੇ ਚੁੱਪ ਕਰ ਗਿਆ, ਚਲਾ ਗਿਆ ਆਪਣੇ ਘਰ ਨੂੰ, ਵਿਚਾਰਦਾ ਮੈਂ ਤੇ ਬੁੱਢਾ ਹੋ ਗਿਆ ਸਰੀਰ ਕਰਕੇ, ਔਰ ਵਿਆਹ ਤੇ ਮੇਰਾ ਪਹਿਲਾਂ ਹੀ ਹੋ ਚੁੱਕਾ ਹੈ, ਧੀਆਂ ਪੁੱਤਰ ਮੇਰੇ ਕੋਲ ਨੇ,
ਇਹ ਮਹਾਰਾਜ ਜੀਆਂ ਨੇ ਬਚਨ ਕਹਿ ਦਿੱਤਾ ਹੈ। ਕੁਝ ਸਮਾਂ ਆਪਣੇ ਘਰ ਵਿੱਚ ਸੋਚਦਾ ਰਿਹਾ, ਵਿਚਾਰਦਾ ਰਿਹਾ, ਤੇ ਫਿਰ ਮਨ ਵਿੱਚ ਸੋਚਿਆ ਵੀ ਜੇ ਗੁਰੂ ਹਰਿਰਾਏ ਪਾਤਸ਼ਾਹ ਨੇ ਆਖਿਆ ਨਾ, ਤੇ ਮੈਨੂੰ ਇਹ ਕਰਮ ਭੋਗਣਾ ਪਏਗਾ, ਕਿਉਂਕਿ ਉਹਨਾਂ ਦੇ ਮੁਖੋਂ ਬਚਨ ਨਿਕਲ ਗਿਆ ਵੀ ਤੇਰਾ ਵਿਆਹ ਕਰ ਦਈਏ। ਜੇ ਮੈਂ ਬਚਨ ਇਸ ਜਨਮ ਵਿੱਚ ਪੂਰਾ ਨਹੀਂ ਕੀਤਾ ਤਾਂ ਮੈਨੂੰ ਅੱਗੇ ਜਨਮ ਲੈਣਾ ਪਵੇਗਾ। ਆਪਣੇ ਘਰ ਤੋਂ ਤੁਰਿਆ ਆਉਂਦਾ ਹੈ, ਰਸਤੇ ਵਿੱਚ ਕੀ ਵੇਖਦਾ ਹੈ, ਇੱਕ ਲੜਕੀ ਖੇਤਾਂ ਦੀ ਰਾਖੀ ਕਰਦੀ ਪਈ ਹੈ। ਉਹਦੇ ਕੋਲ ਆ ਕੇ 4 ਪ੍ਰਕਰਮਾਂ ਕੀਤੀਆਂ ਤੇ ਨਾਲ ਹੀ ਆਖਿਆ ਵੀ ਇਹ ਮੇਰੀ ਪਤਨੀ ਹੈ, ਮੈਂ ਇਹਦਾ ਪਤੀ ਹਾਂ। ਇੰਨੀ ਗੱਲ ਕਹਿ ਕੇ ਤੇ ਮਹਾਰਾਜ ਦੇ ਕੋਲ ਆ ਗਿਆ। ਤੇ ਸਤਿਗੁਰੂ ਅੰਤਰਜਾਮੀ ਮਹਾਰਾਜ ਜਾਣਦੇ ਸਨ ਸਭ ਕੁਝ। ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਬੜਾ ਹੀ ਸਿਆਣਾ ਨਿਕਲਿਆ, ਸਾਡਾ ਬਚਨ ਵੀ ਪੂਰਾ ਕਰ ਦਿੱਤਾ, ਬਚਨ ਵੀ ਪੁਗਾ ਦਿੱਤਾ ਔਰ ਵਿਆਹ ਤੋਂ ਵੀ ਬਚ ਗਿਆ। ਐਸੀ ਪ੍ਰਸੰਨਤਾ ਦੇ ਕੇ ਮਹਾਰਾਜ ਨੇ ਉਸ ਨੂੰ ਨਜ਼ਰੋਂ ਨਜ਼ਰੀ ਨਿਹਾਲ ਕਰ ਦਿੱਤਾ। ਬਚਨ ਕਰ ਦਿੱਤਾ ਵੀ ਜਿਹੜਾ ਵੀ ਇਸ ਸਿੱਖ ਦੀ ਸੇਵਾ ਕਰੇਗਾ ਜਾਂ ਇਸ ਸਿੱਖ ਦੀ ਸੰਗਤ ਕਰੇਗਾ ਉਹਨੂੰ ਅਸੀਂ ਮੁਕਤ ਕਰ ਦਿਆਂਗੇ, ਮੁਕਤੀ ਦੇ ਦਿਆਂਗੇ। ਐਡਾ ਵੱਡਾ ਬਚਨ ਮਹਾਰਾਜ ਨੇ ਬਖਸ਼ਿਆ। ਕਹਿਣ ਲੱਗੇ ਗੁਰਮੁਖੋ, ਜਦੋਂ ਉਹ ਸਿੱਖ ਦਾ ਅੰਤ ਵੇਲਾ ਆਇਆ ਨਾ, ਸਰੀਰ ਛੱਡਣ ਦਾ ਕੁਝ ਦਿਨ ਰਹਿ ਗਏ, ਤੇ ਉਹਦਾ ਸਰੀਰ ਬਿਮਾਰ ਹੋ ਗਿਆ, ਦਸਤ ਲੱਗ ਗਿਆ, ਪੇਟ ਖਰਾਬ ਹੋ ਗਿਆ। ਜਦੋਂ ਬਜ਼ੁਰਗ ਹੋ ਜਾਂਦਾ ਬੰਦਾ, ਕਈ ਅਲਾਮਤਾਂ ਆ ਜਾਂਦੀਆਂ, ਕਈ ਬਿਮਾਰੀਆਂ ਨਿੱਕੀਆਂ ਮੋਟੀਆਂ ਵੱਡੀਆਂ, ਇੱਧਰੋਂ ਉੱਧਰੋਂ ਕੋਈ ਨਾ ਕੋਈ ਦਵਾਈ ਬੂਟੀ ਚੱਲਦੀ ਰਹਿੰਦੀ ਹੈ। ਇਹਦਾ ਸਰੀਰ ਵੀ ਵਿਚਾਰੇ ਦਾ ਬਿਮਾਰ ਹੋ ਗਿਆ ਤੇ ਦਸਤ ਲੱਗ ਗਏ, ਪੇਟ ਖਰਾਬ ਰਹਿੰਦਾ। ਜਿਹੜੇ ਸੇਵਕ ਸਾਨੂੰ ਵੇਖ ਕੇ ਬੜੇ ਹੈਰਾਨ ਹੋਏ ਵੀ ਗੁਰੂ ਹਰਿਰਾਏ ਪਾਤਸ਼ਾਹ ਕਹਿੰਦੇ ਸਨ ਵੀ ਜਿਹੜਾ ਇਹਦੀ ਸੰਗਤ ਕਰੇਗਾ ਉਹ ਮੁਕਤ ਹੋ ਜਾਏਗਾ, ਤੇ ਇਹ ਤੇ ਆਪ ਇੰਨਾ ਬਿਮਾਰ ਹੋਇਆ ਪਿਆ ਵੀ ਇਹ ਦੁੱਖ ਇੰਨਾ ਸਹਿੰਦਾ ਪਿਆ, ਇਹਨੂੰ ਤੇ ਸੌਖਾ ਸਰੀਰ ਛੱਡ ਦੇਣਾ ਚਾਹੀਦਾ। ਇੱਕ ਦਿਨ ਉਹਨਾਂ ਨੇ ਪੁੱਛ ਹੀ ਲਿਆ, ਸੇਵਕਾਂ ਨੇ, ਕਹਿਣ ਲੱਗੇ ਜੀ ਤੁਹਾਨੂੰ ਵੇਖੋ ਇਹ ਕਿੰਨਾ ਦੁੱਖ ਲੱਗਿਆ ਹੋਇਆ, ਤੁਸੀਂ ਇਹ ਦੁੱਖ ਤੋਂ ਪਰੇ ਹੋ ਜਾਓ, ਤੁਸੀਂ ਤੇ ਸਮਰੱਥ ਹੋ, ਬਚਨ ਕਰ ਦਿਓ ਵੀ ਦੁੱਖ ਹਟ ਜਾਵੇ, ਤੇ ਤੁਹਾਡਾ ਬਚਨ ਕੀਤਿਆਂ ਦੁੱਖ ਹਟ ਜਾਣਾ, ਕਿਉਂ ਤੁਸੀਂ ਇੰਨਾ ਦੁਖੀ ਹੋਏ ਪਏ। ਤੇ ਇਸ ਪਿਆਰੇ ਸਿੱਖ ਨੇ ਆਖਿਆ, ਕਹਿਣ ਲੱਗਾ ਨਹੀਂ, ਇਹ ਮੇਰੇ ਕਰਮਾਂ ਦਾ ਦੁੱਖ ਹੈ, ਮੈਂ ਕੋਈ ਕਰਮ ਇਹੋ ਜਿਹਾ ਕੀਤਾ ਹੈ ਜਿਹਦੇ ਕਰਮਾਂ ਦਾ ਦੁੱਖ ਮੈਨੂੰ ਲੱਗਾ ਹੋਇਆ। ਜਦੋਂ ਇਹ ਬਚਨ ਸੁਣਿਆ ਤੇ ਇਹਦੇ ਸੇਵਕ ਜਿਹੜੇ ਸਨ, ਸੰਗਤ ਕਰਨ ਵਾਲੇ, ਬੜੇ ਹੈਰਾਨ ਹੋਏ, ਕਹਿਣ ਲੱਗੇ ਤੁਸੀਂ ਵੀ ਕਰਮਾਂ ਦਾ ਦੁੱਖ ਭੋਗਦੇ ਪਏ ਹੋ ਜਿਵੇਂ ਅਸੀਂ ਭੋਗਦੇ ਹਾਂ। ਇਹੋ ਜਿਹਾ ਕਿਹੜਾ ਪਾਪ ਕਰਮ ਕੀਤਾ ਹੈ ਜਿਹਦੇ ਕਰਕੇ ਤੁਹਾਡੀ ਇਹ ਹਾਲਤ ਬਣੀ ਹੋਈ ਹੈ। ਤੇ ਉਸ ਵੇਲੇ ਉਹ ਪਿਆਰਾ ਸਿੱਖ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਜੀਆਂ ਦਾ ਕਹਿਣ ਲੱਗਾ ਮੇਰੇ ਤੋਂ ਤੇ ਗੁਰੂ ਨੇ ਕਿਰਪਾ ਕਰਕੇ ਕੋਈ ਪਾਪ ਨਹੀਂ ਕਰਵਾਇਆ, ਮੈਂ ਤੇ ਆਪਣੇ ਹੱਥਾਂ ਨਾਲ ਨਹੀਂ ਪਾਪ ਕੀਤਾ, ਇਹ ਤੇ ਮੈਨੂੰ ਸੋਝੀ ਹੈ, ਮੈਂ ਤੇ ਮਾੜਾ ਕਰਮ ਕੋਈ ਨਹੀਂ ਕੀਤਾ। ਪਰ ਇੱਕ ਵਾਰੀ ਕੋਈ ਮੇਰੇ ਸੇਵਕ ਆਏ ਸਨ, ਤੇਰੇ ਵਾਂਗ, ਤੁਹਾਡੇ ਵਾਂਗ ਮੈਨੂੰ ਮੰਨਣ ਵਾਲੇ, ਮੇਰਾ ਸਤਿਕਾਰ ਕਰਨ ਵਾਲੇ, ਉਹਨਾਂ ਨੇ ਆ ਕੇ ਬਚਨ ਕੀਤਾ ਸੀ ਵੀ ਤੁਹਾਨੂੰ ਅਸੀਂ ਗਾਵਾਂ ਦਾ ਦੁੱਧ ਛਕਾਉਣਾ ਹੈ ਅਤੇ ਗਾਂ ਦੇ ਦੁੱਧ ਦੀ ਖੀਰ ਬਣਾ ਕੇ ਖਿਲਾਉਣੀ ਹੈ। ਕਹਿਣ ਲੱਗੇ ਵੀ ਅਸੀਂ ਬਚਨ ਕਹਿ ਦਿੱਤਾ ਵੀ ਚਲੋ ਭਾਈ ਜੇ ਤੁਹਾਡੀ ਮਨ ਦੀ ਭਾਵਨਾ ਤੇ ਛਕਾ ਦਿਓ, ਅਸੀਂ ਛਕ ਲੈਂਦੇ। ਕਹਿਣ ਲੱਗੇ ਉਸ ਵੇਲੇ ਉਹਨਾਂ ਨੇ ਗਾਵਾਂ ਚੋਈਆਂ, ਨਾਲੇ ਖੀਰ ਬਣਾਈ, ਨਾਲੇ ਸਾਨੂੰ ਦੁੱਧ ਪਿਲਾਇਆ, ਤੇ ਅਸੀਂ ਬੜੀ ਖੁਸ਼ੀ ਉਹ ਦੁੱਧ ਪੀ ਲਿਆ ਤੇ ਖੀਰ ਛਕ ਲਈ। ਪਰ ਅਸਲ ਦੇ ਵਿੱਚ ਕਾਰਨ ਇਹ ਹੈ ਵੀ ਉਹ ਜਿਹੜੀਆਂ ਗਾਵਾਂ ਸਾਨੂੰ ਚੋਰੀ ਕਰਕੇ ਲਿਆਏ ਸਨ, ਪਾਪ ਕਰਮ ਕਰਕੇ ਚੁਰਾ ਕੇ ਕਿਸੇ ਦੀਆਂ ਗਾਵਾਂ ਲੈ ਕੇ ਜਾਂਦੇ ਸਨ, ਚੋਰੀ ਦੀਆਂ ਗਾਵਾਂ ਦਾ ਸਾਨੂੰ ਦੁੱਧ ਪਿਲਾਇਆ। ਉਹ ਜਿਹੜਾ ਕਰਮ ਹੈ ਨਾ, ਉਹ ਸਾਨੂੰ ਵੀ ਨਾਲ ਜਿਹੜਾ ਉਹ ਭੋਗਣ ਵਾਸਤੇ ਉਹ ਸਾਡਾ ਕਰਮ ਬਣ ਗਿਆ। ਚੋਰੀ ਕੀਤੀ ਗਾਂ ਦਾ, ਪਸ਼ੂ ਦਾ ਅਸੀਂ ਦੁੱਧ ਪੀਤਾ, ਉਹਨਾਂ ਨੂੰ ਤੇ ਉਹਨਾਂ ਦਾ ਫਲ ਮਿਲੇਗਾ ਜਿਹੜੀ ਚੋਰੀ ਕਰਕੇ ਲਿਆਂਦੀ ਹੈ, ਜੋ ਵੀ ਉਹਨਾਂ ਨੇ ਕੀਤਾ। ਪਰ ਸਾਨੂੰ ਉਹਨਾਂ ਨੇ ਇਸ ਤਰ੍ਹਾਂ ਕਹਿ ਕੇ ਹਿੱਸੇਦਾਰ ਬਣਾ ਲਿਆ। ਇਹ ਜਿਹੜੇ ਸਾਡਾ ਹੁਣ ਪੇਟ ਖਰਾਬ ਹੈ ਨਾ, ਦਸਤ ਲੱਗੇ ਹੋਏ ਨੇ, ਉਹਦਾ ਕਾਰਨ ਇਹ ਹੈ ਵੀ ਅਸੀਂ ਉਹ ਜਿਹੜਾ ਲੇਖਾ ਸੀ ਨਾ, ਉਹ ਚੋਰੀ ਦੀ ਗਾਂ ਦਾ ਦੁੱਧ ਤੇ ਖੀਰ ਖਾਣ ਵਾਲਾ, ਉਹ ਲੇਖਾ ਅਸੀਂ ਇੱਥੇ ਨਿਬੇੜਦੇ ਪਏ ਹਾਂ। ਇੱਥੇ ਨਿਬੜ ਜਾਵੇ, ਨਾ ਸਾਨੂੰ ਉਹ ਗਾਂ ਲੇਖਾ ਦੇਣਾ ਪਵੇ, ਨਾ ਅੱਗੇ ਜਨਮ ਲੈਣਾ ਪਵੇ। ਅਸੀਂ ਜਨਮ ਖਤਮ ਕਰਨ ਵਾਸਤੇ, ਭਾਵੇਂ ਗੁਰੂ ਹਰਿਰਾਏ ਪਾਤਸ਼ਾਹ ਨੇ ਬਚਨ ਕੀਤੇ ਨੇ ਵੀ ਇਹ ਸਾਡਾ ਸਿੱਖ ਇੰਨਾ ਸਮਰੱਥ ਹੈ, ਜਿਹੜਾ ਇਹਦੀ ਸੰਗਤ ਕਰੇਗਾ ਉਹ ਵੀ ਸੰਸਾਰ ਤੋਂ ਤਰ ਜਾਵੇਗਾ, ਇਹ ਕਿਰਪਾ ਮੇਰੇ 'ਤੇ ਗੁਰੂ ਨੇ ਕੀਤੀ ਹੈ। ਪਰ ਮੈਂ ਉਹ ਕਰਮ ਮਿਟਣ ਵਾਸਤੇ, ਭੋਗਣ ਵਾਸਤੇ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਪਿਆ। ਗੁਰਮੁਖੋ, ਇਹੋ ਜਿਹੇ ਹੋਇਆ ਕਰਦੇ ਗੁਰੂ ਕੇ ਸਿੱਖ, ਇਹੋ ਜਿਹੀ ਜਿਨ੍ਹਾਂ ਦੀ ਭਾਵਨਾ ਹੈ
ਵੀ ਜੇ ਮੇਰੇ ਤੇ ਦੁੱਖ ਆਇਆ ਤੇ ਉਹ ਮੇਰੇ ਕਰਮਾਂ ਦੀ ਨਿਸ਼ਾਨੀ ਹੈ। ਭਾਵੇਂ ਮੈਂ ਜਾਣ ਬੁੱਝ ਕੇ ਕੀਤਾ, ਭਾਵੇਂ ਮੈਂ ਅਣਜਾਣੇ ਵਿੱਚ ਕੀਤਾ ਹੈ, ਪਰ ਜੇ ਮੇਰੇ ਤੇ ਕੋਈ ਦੁੱਖ ਆ ਗਿਆ ਤਾਂ ਉਹ ਮੇਰਾ ਕਰਮ ਹੈ। ਉਹ ਪਾਪ ਦਾ ਹੋ ਸਕਦਾ ਹੈ, ਉਹ ਮੈਂ ਕੀਤਾ ਜਾਣੇ ਜਾਂ ਅਣਜਾਣੇ ਹੋ ਸਕਦਾ ਹੈ। ਪਰ ਗੁਰਮੁਖੋ ਸਾਡੀ ਅਵਸਥਾ ਉਲਟ ਹੈ। ਰੱਬ ਨਾ ਕਰੇ ਸਾਡੇ ਤੇ ਕੋਈ ਦੁੱਖ ਆ ਜਾਵੇ, ਕੋਈ ਸਾਡਾ ਬੜਾ ਨੇੜੇ ਦਾ ਰਿਸ਼ਤੇਦਾਰ ਹੀ ਪੂਰਾ ਹੋ ਜਾਵੇ, ਕੋਈ ਸਾਕ ਸੰਬੰਧੀ, ਜਾਂ ਸਾਡੇ ਸਰੀਰ 'ਤੇ ਕੋਈ ਬਿਮਾਰੀ, ਕੋਈ ਸੱਟ ਪੇਟ ਲੱਗ ਜਾਵੇ, ਅਸੀਂ ਫਿਰ ਉਸ ਵੇਲੇ ਆਖਦੇ ਹਾਂ ਵੀ ਮੈਂ ਹੁਣ ਗੁਰਦੁਆਰੇ ਨਹੀਂ ਜਾਵਾਂਗਾ, ਮੈਂ ਹੁਣ ਮੱਥਾ ਨਹੀਂ ਟੇਕਾਂਗਾ, ਮੈਂ ਹੁਣ ਪਾਠ ਨਹੀਂ ਕਰਾਂਗਾ। ਮੈਨੂੰ ਗੁਰੂ ਨੇ ਕੀ ਦਿੱਤਾ ਹੈ? ਮੈਨੂੰ ਤੇ ਸਾਲ ਹੋ ਗਿਆ, ਮੈਨੂੰ ਤੇ 5 ਸਾਲ ਹੋ ਗਏ ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ, ਪਾਠ ਕਰਦਿਆਂ, ਅਤੇ ਮੈਨੂੰ 5 ਸਾਲਾਂ ਦਾ ਇਹ ਫਲ ਮਿਲਿਆ ਵੀ ਮੇਰੇ ਤੇ ਐਡਾ ਵੱਡਾ ਸੰਕਟ ਆ ਗਿਆ। ਉਸ ਵੇਲੇ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਜੀਆਂ ਦੇ ਸਿੱਖ ਦੇ ਜੀਵਨ ਦੀ ਇਹ ਸਾਖੀ ਯਾਦ ਕਰ ਲਿਆ ਕਰ ਕਿ ਗੁਰੂ ਨੇ ਤੇਰੇ ਦੁੱਖ ਨੂੰ ਸੂਲ ਦੀ ਜਗ੍ਹਾ, ਸੂਲੀ ਦੀ ਜਗ੍ਹਾ 'ਤੇ ਸੂਲ ਕਰ ਦਿੱਤਾ ਹੈ। ਵੱਡੇ ਦੁੱਖ ਨੂੰ ਛੋਟਾ ਬਣਾ ਦਿੱਤਾ ਹੈ, ਤੈਨੂੰ ਦੁੱਖ ਵੀ ਭੁਗਤਾ ਦਿੱਤਾ ਹੈ, ਤੇਰਾ ਕਰਮ ਵੀ ਮੇਟ ਦਿੱਤਾ ਹੈ। ਤੈਨੂੰ ਇਸ ਕਰਮ ਦਾ ਹੁਣ ਲੇਖਾ ਅੱਗੇ ਨਹੀਂ ਦੇਣਾ ਪਵੇਗਾ। ਗੁਰੂ ਤੇ ਕਿਰਪਾ ਕਰਦਾ ਆਪਣੇ ਸਿੱਖ ਦੇ ਉੱਪਰ ਕਿ ਇਹਦੇ ਪਾਪ ਕਰਮਾਂ ਨੂੰ ਇੱਥੇ ਹੀ ਮਿਟਾ ਦਈਏ, ਇੱਥੇ ਹੀ ਭੋਗ ਕੇ ਖਤਮ ਕਰ ਦਈਏ। ਪਰ ਇਹ ਸਿੱਖ ਇਹ ਸੋਚਦਾ ਵੀ ਮੇਰੇ ਤੇ ਦੁੱਖ ਆ ਗਿਆ, ਅੱਜ ਤੋਂ ਬਾਅਦ ਮੈਂ ਗੁਰੂ ਨੂੰ ਚੇਤੇ ਹੀ ਨਹੀਂ ਕਰਨਾ। ਮਹਾਰਾਜ ਕਹਿਣ ਲੱਗੇ ਸੂਖ ਅਰਾਧਨ, ਦੁੱਖ ਅਰਾਧਨ, ਸੁਖ ਅਰਾਧਨ। ਸੋ ਦੁੱਖ ਦੇ ਵਿੱਚ ਵੀ ਉਸ ਨੂੰ ਚੇਤੇ ਕਰ ਔਰ ਸੁੱਖ ਦੇ ਵਿੱਚ ਵੀ ਉਹਨੂੰ ਚੇਤੇ ਕਰ। ਜੇ ਰੱਬ ਨੇ ਤੈਨੂੰ ਗੱਡੀ, ਮੋਟਰ, ਘਰ-ਬਾਰ, ਜੀ ਪਰਿਵਾਰ ਸਭ ਕੁਝ ਦਿੱਤਾ ਹੈ ਨਾ, ਆਗਿਆਕਾਰੀ ਪਰਿਵਾਰ, ਬੜੇ ਸੁੱਖ ਦਿੱਤੇ, ਤਾਂ ਵੀ ਉੱਠ ਕੇ ਨਿਤਨੇਮ ਜ਼ਰੂਰ ਕਰਿਆ ਕਰ, ਉੱਠ ਕੇ ਸਿਮਰਨ ਕਰਿਆ ਕਰ, ਗੁਰੂ ਘਰ ਆਇਆ ਕਰ। ਰੱਬ ਨਾ ਕਰੇ ਜੇ ਕਿਤੇ ਦੁੱਖ ਬਿਪਤਾ ਪੈ ਗਈ ਹੈ ਤੇ ਫਿਰ ਵੀ ਉਹਦੇ ਨਾਮ ਨੂੰ ਛੱਡਿਆ ਨਾ ਕਰ। ਦੁੱਖ ਦੇ ਵਿੱਚ ਵੀ ਉਹਨੂੰ ਚੇਤੇ ਕਰ, ਸੁੱਖ ਦੇ ਵਿੱਚ ਵੀ ਉਹਨੂੰ ਚੇਤੇ ਕਰਨਾ ਹੈ। ਬਿਸੈ ਨਾ ਕਾਹੂ ਬੇਰਾ। ਮਹਾਰਾਜ ਕਹਿਣ ਲੱਗੇ ਕਿਸੇ ਵੇਲੇ ਵੀ ਪਰਮਾਤਮਾ ਭੁੱਲੇ ਨਾ, ਭਾਵੇਂ ਰਾਤ ਹੈ ਭਾਵੇਂ ਦਿਨ ਹੈ, ਕਿਸੇ ਵੇਲੇ ਵੀ ਉਹਦੀ ਯਾਦ ਨਾ ਭੁੱਲੇ। ਹਰ ਵੇਲੇ ਉਹਦੀ ਯਾਦ ਬਣੀ ਰਵੇ, ਹਰ ਵੇਲੇ ਉਹਦਾ ਨਾਮ ਤੇਰੇ ਅੰਦਰ ਚੱਲਦਾ ਰਵੇ, ਹਰ ਵੇਲੇ ਉਹਦੇ ਨਾਮ ਨੂੰ ਤੂੰ ਜਪਦਾ ਰਵੇਂ। ਐਸੀ ਦਾਤ ਤੈਨੂੰ ਪ੍ਰਾਪਤ ਹੋਣਾ ਕਰੇ। ਨਾਮ ਜਪਤ ਕੋਟ ਸੂਰ ਉਜਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਵਰਗਾ ਗਿਆਨ ਪ੍ਰਾਪਤ ਹੋ ਜਾਂਦਾ। ਜਿਵੇਂ ਸੂਰਜ ਇੱਕ ਚੜ੍ਹਦਾ ਹੈ ਨਾ, 2 ਚੜ੍ਹ ਜਾਣ, 2 ਦੀ ਜਗ੍ਹਾ 'ਤੇ ਲੱਖ ਚੜ੍ਹ ਜਾਣ, ਕਰੋੜ ਚੜ੍ਹ ਜਾਣ, ਕਿੰਨਾ ਚਾਨਣ ਹੋਵੇਗਾ। ਕਹਿਣ ਲੱਗੇ ਇੰਨਾ ਹੀ ਚਾਨਣ ਗਿਆਨ ਦਾ ਤੇਰੇ ਅੰਦਰ ਹੋ ਜਾਵੇਗਾ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000। ਭਾਵੇਂ ਕਿ ਧਰਤੀ 'ਤੇ ਬਾਹਰ 1000 ਸੂਰਜ ਦੀ ਰੋਸ਼ਨੀ ਪੈ ਰਹੀ ਹੈ, ਪਰ ਉਹ 1000 ਸੂਰਜ ਦੀ ਰੋਸ਼ਨੀ ਤੇਰੇ ਮਨ ਦੇ ਵਿੱਚ ਨਹੀਂ ਪ੍ਰਕਾਸ਼ ਕਰ ਸਕਦੀ। ਮਨ ਦੇ ਵਿੱਚ ਹਨੇਰਾ ਹੈ। ਪਰ ਜੇ ਗੁਰੂ ਗਿਆਨ ਬਖਸ਼ਿਸ਼ ਕਰ ਦੇਵੇ, ਉਹ ਗਿਆਨ ਤੇਰੇ ਹਿਰਦੇ ਵਿੱਚ ਪ੍ਰਕਾਸ਼ ਕਰ ਦੇਵੇਗਾ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਨਾਮ ਜਪਤ ਕੋਟ ਸੂਰ ਉਜਾਰਾ। ਨਾਮ ਜਪਦਿਆਂ ਹੋਇਆਂ ਜਿਵੇਂ ਕਰੋੜਾਂ ਸੂਰਜਾਂ ਦਾ ਚਾਨਣ ਹੁੰਦਾ ਹੈ, ਬਿਲਕੁਲ ਇਸੇ ਤਰ੍ਹਾਂ ਗਿਆਨ ਦਾ ਚਾਨਣ ਵੀ ਇਹੀ ਹੈ। ਗਿਆਨ ਵੀ ਇਸੇ ਨੂੰ ਕਹਿੰਦੇ, ਪ੍ਰਕਾਸ਼ ਨੂੰ। ਤੇਰੇ ਅੰਦਰ ਪਰਮਾਤਮਾ ਗਿਆਨ ਦਾ ਪ੍ਰਕਾਸ਼ ਕਰ ਦੇਵੇਗਾ, ਤੈਨੂੰ ਬ੍ਰਹਮ ਗਿਆਨੀ ਬਣਾ ਦੇਵੇਗਾ, ਤੇਰੇ ਅੰਦਰ ਭਰਮ ਭੁਲੇਖੇ ਕੱਢ ਦੇਵੇਗਾ। ਇਹ ਨਾਮ ਜਪ ਕੇ ਦਾਤ ਮਿਲਦੀ ਹੈ। ਬਿਨਸਾ ਭਰਮ ਅੰਧੇਰਾ। ਇਹ ਜਿਹੜੇ ਭਰਮ ਰੂਪੀ ਅੰਧੇਰੇ ਨੇ, ਭਰਮ ਦਾ ਹਨੇਰਾ ਖਤਮ ਹੋ ਜਾਏਗਾ। ਭਰਮੇ ਸੁਰ ਨਰ ਦੇਵੀ ਦੇਵਾ। ਭਰਮ ਏਡੀ ਵੱਡੀ ਚੀਜ਼ ਹੈ ਕਿ ਵੱਡੇ ਵੱਡੇ ਦੇਵਤੇ ਇਹਦੇ ਵਿੱਚ ਲੱਗੇ ਹੋਏ ਨੇ। ਦੇਵਤੇ ਵੀ ਭਰਮ ਵਿੱਚੋਂ ਬਾਹਰ ਨਹੀਂ ਨਿਕਲ ਸਕੇ, ਨਾ ਦੈਂਤ ਨਿਕਲ ਸਕੇ, ਪਰ ਗੁਰੂ ਕੇ ਸਿੱਖ ਨੂੰ ਗੁਰੂ ਕੱਢ ਲੈਂਦਾ ਹੈ। ਭਰਮ ਦਾ ਅੰਧੇਰਾ ਖਤਮ ਹੀ ਕਰ ਦਿੰਦਾ। ਭਰਮ ਕੇ ਪੜਦੇ ਸਤਿਗੁਰ ਖੋਲੇ, ਗੁਰੂ ਐਸੀ ਰਹਿਮਤ ਕਰਦਾ ਹੈ। ਭਰਮ ਦੇ ਪੜਦੇ ਖੋਲ ਕੇ ਪਰੇ ਕਰ ਦਿੰਦਾ, ਦੂਰ ਕਰ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਿਨਸੈ ਭਰਮ ਅੰਧੇਰਾ। ਇਹ ਭਰਮ ਰੂਪੀ ਜਿਹੜਾ ਹਨੇਰਾ ਹੈ, ਇਹ ਬਿਨਸੈ ਕਹੀਏ ਨਾਸ ਹੋ ਜਾਂਦਾ। ਜਿਵੇਂ ਰਾਤ ਨੂੰ ਹਨੇਰਾ ਹੁੰਦਾ, ਸਵੇਰੇ ਸੂਰਜ ਚੜ੍ਹਦਾ ਤੇ ਹਨੇਰਾ ਕਿਸੇ ਬੰਨੇ ਚਲਾ ਜਾਂਦਾ, ਦਿਸਦਾ ਨਹੀਂ, ਕਿਉਂਕਿ ਸੂਰਜ ਤੇ ਹਨੇਰਾ ਦੋਨੇ ਇਕੱਠੇ ਨਹੀਂ ਰਹਿ ਸਕਦੇ। ਜਿੱਥੇ ਸੂਰਜ ਚੜ੍ਹ ਪਿਆ ਉੱਥੇ ਹਨੇਰੇ ਨੂੰ ਦੌੜਨਾ ਹੀ ਪਵੇਗਾ। ਜਿੱਥੇ ਗਿਆਨ ਦਾ ਸੂਰਜ ਚੜ੍ਹ ਪਿਆ ਨਾ ਗੁਰਮੁਖੋ, ਉੱਥੇ ਭਰਮ ਦਾ ਹਨੇਰਾ ਨਹੀਂ ਰਹਿੰਦਾ।
ਭਰਮ ਰੂਪੀ ਹਨੇਰਾ ਦੌੜ ਦਿੰਦਾ ਹੈ। ਥਾਨ ਥਨੰਤਰ ਸਭਨੀ ਜਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਥਾਨ ਜਿਹੜੇ ਬੀਆਬਾਨ ਜਿੱਥੇ ਕੋਈ ਵਸੋਂ ਨਹੀਂ ਹੈ, ਜਿੱਥੇ ਕੋਈ ਰਹਿੰਦਾ ਨਹੀਂ, ਪਰਮਾਤਮਾ ਉੱਥੇ ਵੀ ਹੈ। ਕਈ ਇਹੋ ਜਿਹੇ ਭਿਆਨਕ ਜੰਗਲ ਨੇ ਜਿੱਥੇ ਮਨੁੱਖ ਨਹੀਂ ਜਾ ਸਕਦਾ, ਮਨੁੱਖ ਤੇ ਕੀ ਪਸ਼ੂ ਵੀ ਨਹੀਂ ਜਾ ਸਕਦੇ। ਕੁਝ ਉਹ ਜਗ੍ਹਾ ਨੇ ਜਿੱਥੇ ਪੰਛੀ ਵੀ ਨਹੀਂ ਜਾ ਸਕਦੇ। ਬੜੇ ਬੜੇ ਵੱਡੇ ਪਰਬਤ ਨੇ, ਬੜੀਆਂ ਬੜੀਆਂ ਵੱਡੀਆਂ ਕੰਦਰਾਂ ਨੇ, ਗੁਫਾਵਾਂ ਨੇ, ਬੜੇ ਬੜੇ ਭਿਆਨਕ ਜੰਗਲ ਨੇ, ਬੜੀ ਬੜੀ ਵੱਡੀ ਦਲਦਲ ਹੈ। ਇਹ ਪਰਮਾਤਮਾ ਜਿੱਥੇ ਕੋਈ ਨਹੀਂ ਜਾ ਸਕਦਾ, ਸੁੰਨੀ ਜਗ੍ਹਾ ਪਈ ਹੋਈ ਹੈ, ਤੂੰ ਉੱਥੇ ਵੀ ਵਸਿਆ ਹੋਇਆ। ਥਾਨ ਥਨੰਤਰ, ਤੇ ਥਨੰਤਰ ਤੋਂ ਭਾਵ ਜਿੱਥੇ ਲੋਕ ਵਸਦੇ ਨੇ, ਜਿੱਥੇ ਪਸ਼ੂ ਪੰਛੀ ਚਹਿਕਦੇ ਨੇ, ਜਿੱਥੇ ਮਨੁੱਖ ਬੋਲਦੇ ਨੇ, ਜਿੱਥੇ ਵਸੋਂ ਹੈ, ਤੂੰ ਉੱਥੇ ਵੀ ਸਮਾਇਆ ਹੋਇਆ। ਜਿੱਥੇ ਕੋਈ ਨਹੀਂ ਰਹਿੰਦਾ ਉੱਥੇ ਵੀ ਤੇਰੀ ਜੋਤ ਹੈ, ਜਿੱਥੇ ਸਾਰੇ ਰਹਿੰਦੇ ਨੇ ਉੱਥੇ ਵੀ ਤੇਰੀ ਜੋਤ ਹੈ। ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਤੂੰ ਨਾ ਹੋਵੇਂ, ਸਾਰਿਆਂ ਥਾਵਾਂ ਤੇ ਤੁਸੀਂ ਸਮਾਏ ਹੋ। ਜੋ ਦਿਸੇ ਸੋ ਤੇਰਾ। ਇਹ ਜੋ ਕੁਝ ਵੀ ਦਿਸਦਾ ਪਿਆ ਨਾ ਦੁਨੀਆ ਦੇ ਵਿੱਚ, ਭਾਵੇਂ ਮਾਤਾ ਪਿਤਾ ਭੈਣ ਭਰਾ, ਭਾਵੇਂ ਸੰਸਾਰ, ਭਾਵੇਂ ਘਰ, ਭਾਵੇਂ ਮਾਇਆ, ਭਾਵੇਂ ਦੁਸ਼ਮਣ, ਭਾਵੇਂ ਮਿੱਤਰ, ਭਾਵੇਂ ਖਾਣ ਪੀਣ ਵਾਲੇ ਪਦਾਰਥ, ਪਸ਼ੂ ਪੰਛੀ, ਜੋ ਵੀ ਸਾਨੂੰ ਦਿਸਦਾ ਹੈ, ਇਹ ਸਾਰਾ ਕੁਝ ਤੇਰਾ ਹੀ ਹੈ। ਤੇਰੇ ਬਿਨਾਂ ਇਹ ਕਿਸੇ ਹੋਰ ਦਾ ਨਹੀਂ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਬੈਠੇ ਸਨ ਨਾ ਸੁਲਤਾਨਪੁਰ ਦੀ ਧਰਤੀ ਤੇ, ਹੱਟ ਤੋਲਦੇ ਪਏ। ਕਿਸੇ ਗਰੀਬ ਨੇ ਆ ਕੇ ਝੋਲੀ ਅੱਡਣੀ, ਮਹਾਰਾਜ ਘਰ ਵਿੱਚ ਆਟਾ ਨਹੀਂ ਹੈ। ਕਿਸੇ ਨੇ ਆਖਣਾ ਮਹਾਰਾਜ ਘਰ ਵਿੱਚ ਸੌਦਾ ਨਹੀਂ ਹੈ ਖਾਣ ਵਾਸਤੇ। ਕਿਸੇ ਨੇ ਆਖਣਾ ਮਹਾਰਾਜ ਮੇਰੇ ਘਰ ਵਿੱਚ ਇਸ ਚੀਜ਼ ਦੀ ਲੋੜ ਹੈ, ਮੇਰੇ ਕੋਲ ਧਨ ਕੋਈ ਨਹੀਂ। ਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਹਿਣਾ ਆਪਣੀ ਚਾਦਰ ਦਾ ਪੱਲਾ ਵਿਛਾ। ਜਦੋਂ ਪੱਲਾ ਵਿਛਾਉਣਾ ਤੇ ਲੱਕੜੀ ਦਾ, ਤਕੜੀ ਦਾ ਜਿਹੜਾ ਤਰਾਜੂ ਹੈ, ਤਕੜੀ ਨੂੰ ਫੜ ਕੇ ਤੇ ਉਸ ਵੇਲੇ ਉਹਨੂੰ ਭਰ ਲੈਣਾ ਚੰਗੀ ਤਰ੍ਹਾਂ ਰਾਸ਼ਨ ਦੇ ਨਾਲ। ਭਰ ਕੇ ਤਕੜੀ ਜਿਹੜੀ ਹੈ ਉਹਦੀ ਚਾਦਰ ਵਿੱਚ ਪਲਟਦਿਆਂ ਹੋਇਆਂ ਬਚਨ ਕਹਿਣਾ 13 13 13, ਭਾਵ ਇਹ ਸਭ ਕੁਝ ਤੇਰਾ ਹੀ ਹੈ। ਆਟਾ, ਸਬਜ਼ੀ, ਭਾਜੀ, ਪਦਾਰਥ, ਵਸਤੂਆਂ ਖਾਣ ਪੀਣ ਵਾਲੀਆਂ, ਪਰਮਾਤਮਾ ਸਭ ਕੁਝ ਤੇਰਾ ਹੀ ਹੈ, ਮੇਰਾ ਕੁਝ ਨਹੀਂ। ਇਸ ਤਰ੍ਹਾਂ ਕਹਿ ਕੇ ਤਕੜੀ ਭਰ ਭਰ ਕੇ ਉਹਨਾਂ ਵਿੱਚ ਪਾਈ ਜਾਣੀ ਤੇ ਗਰੀਬਾਂ ਦਾ ਗਰੀਬੀ ਦੂਰ ਕਰ ਦਿੱਤੀ, ਦੁੱਖ ਦੂਰ ਕਰ ਦਿੱਤੇ, ਤੇਰਾ ਤੇਰਾ ਕਹਿ ਕੇ ਤੋਲ ਦਿੱਤਾ। ਮਹਾਰਾਜ ਕਹਿਣ ਲੱਗੇ ਜੋ ਦਿਸੈ ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਇਹ ਅਵਸਥਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਹੋ ਸਕਦੀ ਹੈ। ਕਹਿਣ ਲੱਗੇ ਜੋ ਕੁਝ ਵੀ ਦਿਸਦਾ ਪਿਆ ਸੋ ਤੇਰਾ, ਇਹ ਸਭ ਕੁਝ ਤੇਰਾ ਹੀ ਹੈ, ਤੇਰੇ ਤੋਂ ਬਿਨਾਂ ਹੋਰ ਕਿਸੇ ਦਾ ਨਹੀਂ ਹੈ। ਸੰਤ ਸੰਗ ਪਾਵੇ ਜੋ ਨਾਨਕ। ਮਹਾਰਾਜ ਕਹਿਣ ਲੱਗੇ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਨੂੰ ਪਾਈਦਾ ਹੈ। ਜੇ ਸੰਗਤ ਵਿੱਚ ਆਪਾਂ ਬੈਠੇ ਹਾਂ ਨਾ, ਇਹ ਸੰਗਤ ਪਰਮਾਤਮਾ ਦੇ ਘਰ ਨੂੰ ਜਾਣ ਵਾਲਾ ਰਸਤਾ ਹੈ। ਜੇ ਸੰਗਤ ਵਿੱਚ ਆਪਾਂ ਬੈਠੇ ਹਾਂ, ਇਹ ਪਰਮਾਤਮਾ ਦੇ ਘਰ ਦਾ ਦਰਵਾਜ਼ਾ ਹੈ, ਇੱਥੋਂ ਲੰਘ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਮਹਾਰਾਜ ਕਹਿਣ ਲੱਗੇ ਸੰਤ ਸੰਗ ਪਾਵੈ ਜੋ ਨਾਨਕ। ਸੰਤਾਂ ਦੀ ਸੰਗਤ ਕਰਕੇ ਜੋ ਪਰਮਾਤਮਾ ਨੂੰ ਪਾਉਂਦੇ ਨੇ, ਜਿਨ੍ਹਾਂ ਨੂੰ ਪ੍ਰਾਪਤੀ ਹੁੰਦੀ ਹੈ, ਫਿਰ ਬਖਸ਼ਿਸ਼ ਕਰਦੇ ਹਨ। ਸੰਤ ਸੰਗ ਪਾਵੇ ਜੋ ਨਾਨਕ। ਸਤਿਗੁਰੂ ਬਖਸ਼ਿਸ਼ ਕਰਦੇ। ਕਹਿਣ ਲੱਗੇ ਭਾਈ ਜਿਨ੍ਹਾਂ ਨੇ ਸੰਤਾਂ ਦਾ ਸੰਗ ਕੀਤਾ ਹੈ, ਜਿਨ੍ਹਾਂ ਨੇ ਸ਼ੁਭ ਗੁਣਾਂ ਦੀ ਪ੍ਰਾਪਤੀ ਕੀਤੀ ਹੈ, ਉਸ ਪਰਮਾਤਮਾ ਨੂੰ ਪਾ ਲੈਂਦੇ ਹਨ। ਤਿਸ ਬਹੁਰ ਨਾ ਹੋਈ ਹੈ ਫੇਰਾ। ਫਿਰ ਉਸ ਦਾ ਦੁਬਾਰਾ ਫੇਰਾ ਨਹੀਂ ਹੁੰਦਾ, ਦੁਨੀਆ ਵਿੱਚ ਉਹ ਦੁਬਾਰਾ ਨਹੀਂ ਆਉਂਦਾ। ਜਿਵੇਂ ਅਸੀਂ ਆ ਨਾ, ਵਾਰ-ਵਾਰ ਆਉਂਦੇ ਹਾਂ। ਜਿਵੇਂ ਪੱਖੇ ਘੁੰਮਦੇ ਪਏ, ਘੁਮਿਆਰ ਦਾ ਚੱਕ ਘੁੰਮਦਾ ਪਿਆ, ਲਾਟੂ ਤੇ ਮਧਾਨੀਆਂ ਘੁੰਮਦੀਆਂ ਪਈਆਂ, ਵਾਰ-ਵਾਰ ਚੱਕਰ ਲਾਉਂਦੀਆਂ। ਐਸੇ ਤਰ੍ਹਾਂ ਅਸੀਂ ਵਾਰ-ਵਾਰ ਜਨਮਾਂ ਵਿੱਚ ਆਉਂਦੇ ਪਏ, ਇੱਕ ਜਨਮ ਤੋਂ ਦੂਜਾ, ਤੀਜਾ, ਚੌਥਾ, ਪੰਜਵਾਂ ਤੁਰੇ ਆਵਾਂਗੇ। ਪਰ ਜਿਨ੍ਹਾਂ ਦੇ ਉੱਪਰ ਕਿਰਪਾ ਹੋਈ, ਜਿਨ੍ਹਾਂ ਨੇ ਸੰਤਾਂ ਦਾ ਸੰਗ ਕਰ ਲਿਆ, ਜਾਂ ਜਿਨ੍ਹਾਂ ਨੇ ਸਤ ਸੰਗਤ ਕਰ ਲਈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਆ ਕੇ ਬੈਠ ਗਏ, ਤਿਸ ਬਹੁਰ ਨਾ ਹੋਈ ਹੈ ਫੇਰਾ। ਉਹਦਾ ਦੁਬਾਰਾ ਫੇਰਾ ਆਉਣਾ ਹੀ ਨਹੀਂ, ਦੁਬਾਰਾ ਦੁਨੀਆ ਵਿੱਚ ਨਹੀਂ ਉਹ ਆਵੇਗਾ। ਬਹੁਰ ਹਮ ਕਾਹੇ ਆਵੇਂਗੇ, ਫਿਰ ਅਸੀਂ ਆਉਣਾ ਹੀ ਕਿਉਂ ਹੈ? ਕਿਉਂਕਿ ਆਉਣ ਵਾਸਤੇ ਜਿਹੜੇ ਲੋਕ ਹੁਕਮ ਤੋਂ ਪਰੇ ਹੁੰਦੇ ਉਹ ਆਉਂਦੇ, ਜਿਨ੍ਹਾਂ ਨੇ ਹੁਕਮ ਜਾਣ ਲਿਆ ਉਹ ਦੁਬਾਰਾ ਨਹੀਂ ਆਉਣਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਦੀ ਸੰਗਤ ਕਰਨ ਵਾਲਾ ਦੁਬਾਰਾ ਫਿਰ ਜਨਮਾਂ ਵਿੱਚ ਨਹੀਂ ਆਉਂਦਾ ਹੈ। ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ।
ਗੁਰੂ ਪਾਤਸ਼ਾਹ ਰਹਿਮਤ ਕਰਨ, ਉਪਦੇਸ਼ ਹਿਰਦੇ ਵਸੇ ਸਾਡਾ ਭਲਾ ਹੋਵੇ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਥਾਨ ਥਨੰਤਰ ਸਭਨੀ ਜਾਏ, ਜੋ ਦਿਸੈ ਸੋ ਤੇਰਾ। ਸੰਤ ਸੰਗ ਪਾਵੇ ਜੋ ਨਾਨਕ, ਤਿਸ ਬਹੁਰ ਨ ਹੋਈ ਹੈ ਫੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।